अस्सलामुअलैकुम। जवान कहता घर दियां साढ़े वास्ते पनवैया टुंडिया इस तरह का सांड फिटिया माली कहता दान जिहा टुरदा सी ते फां फां करदा सी। कहते सारे खानदान दे ओहदा मजाक उड़ाते सी। कहते जिहदे नाल इहदा विआह होना है ये उत्ते बह गया तो बेचारी थां ही मर जाएगी। कहता हासे ही पांदा सी, इहनूं कोई रिश्ता नहीं सी दिंदा। कहता जिथे बह के खांदा आ अद्धा अद्धा घंटा बह के खांदा ही रहिंदा सी। कहता जी बड़ा खांदा है बड़ा खांदा है। कहता टुरदा सी कच्छा थल्लों पसीना कंड दे पिछे पसीना ते इन्नी समैल आउंदी सी। कहता इंज बाहां खलार खलार के टुरदा आ। कहता हर बंदा मजाक डांदा सी। कहता असी भी मजाक डांदे सां, सानू नहीं सी पता कि साडे पल्ले पै जाएगा। कहता चूई जी ते मेरी भैन है निक्का जिहा ओहदा कद आया ओहदे नाल असी किस तरह शादी कर सकदे सां। कहता मजाक ही घर च बनांदे सी। ओहदी आरव के जिसले खानदान च गल हुंदी सी चार बंदे बह के गल करदे सी ना ते कहता ओहदे मजाक उड़ांदे सी। कहता इंज होया कि साडी अम्मा दा पता नहीं किसी ने अखां बंद दित्तियां या उन्हां दे कंन बंद कर दित्ते। कहता जिसले ओहदी अम्मा जिहड़ी है साडे घर रिश्ता पुछण आई कहता अब्बा जी घर कोई नहीं सी, हालांकि अब्बा जी बड़ी कांड खांदे सी ओहदे तों। जे किधरे घर आ जे कहता दो रोटियां जगह चार रोटियां खा जांदा सी, उठदा कोई नहीं सी बह के। कहता लेकिन वह हालर आके कोई गल कीती ते अम्मा री राजी हो गए रिश्ता देण ते। कहता उन्हें रिश्ता हाँ कर दित्ती। उन्हें जाके मठियाइयां वंडनियां शुरू कर दित्तियां जी असीं रिश्ता मुड़े दा पक्का कर। उन्हें तो शुक्र किया कि साडे मुड़े दा रिश्ता होया। अगे जिथे भी करते सी उन्हें असां कुड़ी मारनी है देख के तैनूं। कहता बहरहाल ना रिश्ता साडे घर हो गया। कहता सानू घर च किसे नूं ना पता ते अम्मा रा सिर्फ पता सी कि रिश्ता जिहड़ा अम्मा ने हाँ कर दित्ती है। कहता अगों मठियाइयां पे वंडण ते अगों पिछू सानू पता लगा घर साडे आए लोग कि तुसां अपनी कुड़ी दा रिश्ता उन्होंने दे दिता है। कहता सानू जिसले पता लगा असीं अम्मा नूं आख्या अम्मा जी तुसां की कीता है, असीं ते ओहदे मजाक उड़ाने आ ते तुसीं जिहड़ा है उन्होंने रिश्ता दे दिता है। ਉਹ ਕਹਿੰਦੇ ਹੈਰ ਹੀ ਆ ਪੁੱਤਰ ਕਿਸੇ ਨਾ ਕਿਸੇ ਤੇ ਦੇਣੇ ਸੀ। ਕਹਿੰਦੇ ਅੰਮਾ ਜੀ ਪਹਿਲਾਂ ਆਪਣੀ ਕੁੜੀ ਵਾਲ ਉੱਤੇ ਤੱਕੋ। ਕਹਿੰਦਾ ਅੱਬਾ ਜੀ ਨੇ ਬੜਾ ਗੁੱਸਾ ਕੀਤਾ। ਅੱਬਾ ਜੀ ਕਹਿੰਦੇ ਆਪਣੀ ਕੁੜੀ ਤੱਕ, ਤੀਲਾ ਜੀ ਤੇਰੀ ਕੁੜੀ ਹੈ ਉਹ ਐਡਾ ਸਾਂਡ ਫਿੱਟੇ ਹੈ ਤੂੰ ਉਹਦੇ ਨਾਲ ਆਪਣੇ ਕੁੜੀ ਦਾ ਰਿਸ਼ਤਾ ਕਰਿਆ। ਹੈਰ ਹੀ ਹੈ ਚਲੋ ਕੋਈ ਨਹੀਂ ਕੁੜੀ ਗੁਜ਼ਾਰਾ ਕਰ ਲੇਗੀ। ਕਹਿੰਦਾ ਅੱਗੋਂ ਮੇਰੀ ਭੈਣ ਵੀ ਰੋ ਰੋ ਕੇ ਭਾਈ ਮੇਰੇ ਵਾਸਤੇ ਇਹ ਹੀ ਲੱਭਾ ਸੀ, ਮੇਰੇ ਵਾਸਤੇ ਇਹ ਹੀ ਲੱਭਾ ਸੀ। ਕਹਿੰਦਾ ਅਸੀਂ ਢੇਰ ਆਖਿਆ ਮੀ ਨਾ ਕਰ ਦਿਓ ਨਾ ਕਰ ਦਿਓ। ਕਹਿੰਦਾ ਲੇਕਿਨ ਅਮਾਰਾ ਆਪਣੀ ਗੱਲ ਤੇ ਅੜੇ ਰਹੇ। ਕਹਿੰਦਾ ਨਹੀਂ ਪੁੱਤਰ ਹੁਣ ਨਾ ਨਹੀਂ ਹੋ ਸਕਦੀ, ਹੁਣ ਮੈਂ ਜ਼ਬਾਨ ਦੇ ਦਿੱਤੀ ਹੈ ਇਸ ਵਾਸਤੇ ਹੁਣ ਤੁਸੀਂ ਚੁੱਪ ਕਰ ਜਾਓ। ਕਹਿੰਦੇ ਅਸੀਂ ਚੁੱਪ ਕਰ ਗਏ। ਅੰਮਾ ਜੀ ਹੋਰ ਰੋਣ ਪਿੱਟਣ ਸ਼ੁਰੂ ਹੋ ਗਏ ਮੇਰੀ ਤੁਸੀਂ ਜ਼ਬਾਨ ਨਹੀਂ ਰੱਖਣੀ। ਕਹਿੰਦੇ ਅੱਬਾ ਜੀ ਨੇ ਵੀ ਢੇਰ ਗੁੱਸਾ ਕੀਤਾ ਲੇਕਿਨ ਅੰਮਾ ਜੀ ਆਪਣੀ ਗੱਲ ਤੋਂ ਜਿਹੜਾ ਟਸ ਤੋਂ ਮਸ ਨਾ ਹੋਏ। ਕਹਿੰਦਾ ਫਿਰ ਕੀ ਸਾਨੂੰ ਰਿਸ਼ਤਾ ਰੱਖਣਾ ਪਿਆ। ਕਹਿੰਦਾ ਮੰਗਣੀ ਹੋਈ ਸੀ। ਕਹਿੰਦਾ ਜਵਾਨ ਦੂਸਰੇ ਤੀਸਰੇ ਦਿਹਾੜੇ ਸਾਡੇ ਘਰ ਆ ਜੇ। ਕਹਿੰਦਾ ਫਾਂ ਫਾਂ ਕਰਦਾ ਆ ਕੇ ਅੰਮਾ ਜੀ ਉਹਦੀ ਖਿਦਮਤ ਕਰਦੇ ਸੀ। ਚਾਰ ਪੰਜ ਰੋਟੀਆਂ ਖਾ ਜਾ। ਕਹਿੰਦਾ ਪਸੀਨੋ ਪਸੀਨ ਹੋ ਜਾਂਦਾ ਆ ਤੇ ਖਾਂਦਿਆਂ ਤੇ ਜਨਾਬ ਥੱਕਦਾ ਕੋਈ ਨਹੀਂ ਸੀ। ਕਹਿੰਦਾ ਪੂਰੀ ਦਿਹਾੜ ਉੱਥੇ ਬੈਠਾ ਰਹਿੰਦਾ ਤੇ ਮਜਾਲ ਆ ਕੋਈ ਸਾਡੇ ਘਰ ਦਾ ਉਹਦੇ ਨਾਲ ਗੱਲ ਕਰ ਜੇ। ਲੇਕਿਨ ਕਹਿੰਦਾ ਐਡਾ ਢੀਠ ਬੰਦਾ ਸੀ ਨਾ ਕਿ ਮਜਾਲ ਆ ਜੇ ਉੱਠ ਕੇ ਟੁਰ ਜੇ ਤੇ ਅਸੀਂ ਆਂਦੇ ਚਲੋ ਆਪੇ ਉੱਠ ਕੇ ਟੁਰ ਜਾਏਗਾ, ਰੋਟੀ ਖਾ ਬੈਠਾ ਹੈ ਨਾ ਕੋਲ ਬਵਾਂਗੇ ਤੇ ਆਪਣੇ ਆਪ ਟੁਰ ਜਾਏਗਾ। ਕਹਿੰਦਾ ਭੈਣ ਵੀ ਮੇਰੀ ਅਲਰਜੀ ਕਰਦੀ ਸੀ, ਅੱਬਾ ਜੀ ਵੀ ਬੜੀ ਅਲਰਜੀ ਕਰਦੇ ਸੀ, ਅੱਬਾ ਜੀ ਦੇ ਪਿੱਛੋਂ ਗਾਲਾਂ ਕੱਢਦੇ ਸੀ। ਕਹਿੰਦਾ ਦਾੰਦ ਜਿਹਾ ਸਾਡੇ ਘਰ ਆ ਕੇ ਬਹਿ ਰਹਿੰਦਾ ਉੱਠਦੀ ਕੋਈ ਨਹੀਂ ਇੱਥੋਂ। ਕਹਿੰਦਾ ਬਹਰਹਾਲ ਨਾ ਉਹਨੂੰ ਕਿਹੜਾ ਅਸਰ ਹੁੰਦਾ ਸੀ ਜੇ ਕੋਈ ਕੋਲ ਨਹੀਂ ਬਹਿੰਦਾ ਤੇ। ਕਹਿੰਦਾ ਆਪਣੇ ਹੱਥ ਵਿੱਚ ਰੁਮਾਲ ਫੜਿਆ ਹੁੰਦਾ ਸੀ, ਪਸੀਨਾ ਕਰਕੇ ਇੰਜ ਪੂੰਝਦਾ ਸੀ ਇੰਜ ਪੂੰਝਦਾ ਸੀ। ਕਹਿੰਦਾ ਜਨਾਬ ਚਾਹ ਸ਼ਾਹ ਪੀ ਕੇ ਸ਼ਾਮੀ ਬੜੀ ਮੁਸ਼ਕਿਲਾਂ ਨਾਲ ਜਿਹੜਾ ਉਹ ਉੱਠ ਕੇ ਘਰ ਜਾਂਦਾ ਸੀ। ਕਹਿੰਦਾ ਅਸੀਂ ਜਾ ਕੇ ਅੰਮਾ ਜੀ ਨੂੰ ਆਖਿਆ ਕਿ ਅੰਮਾ ਜੀ ਖੁਦਾ ਦਾ ਨਾਂ ਜੇ ਜਾ ਕੇ ਇਹਨਾਂ ਦੇ ਘਰ ਆਖੋ ਕਿ ਇੱਥੇ ਨਾ ਆਵੇ ਕਰੇ। ਕਹਿੰਦੇ ਅੰਮਾ ਜੀ ਕਹਿੰਦੇ ਮੈਂ ਕਿਉਂ ਆਖਾਂ ਪੁੱਤਰ ਤੁਸਾਂ ਭੈਣ ਨਹੀਂ ਭਲਕੇ ਵਸਾਣੀ, ਜੇ ਉਹਨਾਂ ਗੁੱਸਾ ਕਰ ਗਏ ਭਲਕੇ ਤੁਹਾਡੀ ਭੈਣ ਨੂੰ ਤੰਗ ਕਰਨਗੇ। ਕਹਿੰਦਾ ਮੈਂ ਆਖਿਆ ਅੰਮਾ ਜੀ ਤੰਗ ਕਰਦੇ ਨੇ ਪੇ ਕਰੇ ਤੁਸੀਂ ਬਿਹਤਰ ਨਹੀਂ ਤੁਸੀਂ ਇਨਕਾਰ ਹੀ ਨਾ ਕਰੋ, ਤੁਸੀਂ ਇਨਕਾਰ ਕਰ ਦਿਓ। ਕਹਿੰਦਾ ਨਹੀਂ ਪੁੱਤਰ ਹੁਣ ਇਨਕਾਰ ਨਹੀਂ ਕਰਨਾ, ਹੁਣ ਇਸ ਬਾਰੇ 'ਚ ਕੋਈ ਗੱਲ ਨਾ ਕਰਿਓ। ਉਹਨਾਂ ਕਿਹਾ ਜੀ ਠੀਕ ਹੈ ਜਿਸ ਤਰ੍ਹਾਂ ਤੁਹਾਡੀ ਮਰਜ਼ੀ। ਕਹਿੰਦਾ ਜਨਾਬ ਜਿਸ ਵੇਲੇ ਸ਼ਾਦੀ ਕਰਕੇ ਅਸਾਂ ਭੈਣ ਟੋਰ ਦਿੱਤੀ। ਕਹਿੰਦਾ ਵਿੱਚੋਂ ਸਾਰਿਆਂ ਦਾ ਦਿਲ ਜਿਹੜਾ ਸੜਿਆ ਸੀ ਕਿ ਐਡੇ ਦਾੰਦ ਨਾਲ ਜਿਹੜਾ ਸ਼ਾਦੀ ਕਰ ਦਿੱਤੀ ਹੈ ਭੈਣ ਦੀ, ਵਿਚਾਰੀ ਨਿੱਕੀ ਜੀ ਤੇ ਫੁੱਲ ਜੀ ਭੈਣ ਆਈ ਤੇ ਐਡਾ ਦਾੰਦ ਜਿਹੜਾ ਕਹਿੰਦਾ ਪੂਰੇ ਖਾਨਦਾਨ ਨੇ ਮਜ਼ਾਕ ਉਡਾਉਂਦੇ ਸੀ ਕਿ ਤੁਸਾਂ ਕੀ ਕੀਤਾ, ਤੁਹਾਡੀਆਂ ਅੱਖਾਂ ਬੰਦ ਆਈਆਂ। ਕਹਿੰਦਾ ਅਸੀਂ ਆਹ ਬਸ ਸਹੀ ਆ ਕਿਸੇ ਤੇ ਕਰਨਾ ਸੀ, ਚਲੋ ਕੋਈ ਮਸਲਾ ਨਹੀਂ। ਕਹਿੰਦਾ ਤੂੰ ਕੰਮ ਵੀ ਕੋਈ ਨਹੀਂ ਸੀ ਕਰਦਾ। ਕਹਿੰਦਾ ਭੈਣ ਵਿਆਹ ਕੇ ਤਾਂ ਉੱਥੇ ਟੁਰ ਗਈ। ਟੁਰ ਗਈ ਜਨਾਬ ਕੋ ਮਹੀਨਾ ਡੇਢ ਗੁਜ਼ਰਿਆ। ਕਹਿੰਦਾ ਭੈਣ ਨੇ ਚੂਹੀਆਰ ਹੋਰ ਮੂੰਹ ਕੱਢ ਆਈ। ਕਹਿੰਦਾ ਪਤਾ ਲੱਗਦਾ ਸੀ ਕਿ ਇਹਦੇ ਅੰਦਰ ਜਾਨ ਹੀ ਕੋਈ ਨਹੀਂ। ਕਹਿੰਦਾ ਸੁੱਕਮ ਸੁੱਕੀ ਹੋਰ ਅੱਖਾਂ ਬਾਹਰ ਆਈਆਂ। ਕਹਿੰਦਾ ਇਸੇ ਸਾਡੇ ਘਰ ਆਵੇ ਅੱਬਾ ਜੀ ਤੱਕ ਕੇ ਆਖਣ ਉਹ ਕੁੜੀ ਦਾ ਕੀ ਹਾਲ ਹੋ ਗਿਆ, ਦੂਜਾ ਉਹ ਸਾਂਢ ਜਾ ਤੇ ਉਹ ਫਿੱਟਿਆ ਪਿਆ ਕੁੜੀ ਆਪਣੀ ਦੀ ਸ਼ਕਲ ਤੱਕ ਇਹਨੇ ਕੁੜੀ ਦੀ ਹਾਲਤ ਕੋਈ ਨਹੀਂ ਛੱਡੀ। ਕਹਿੰਦੇ ਮਾਂ ਜੀ ਕਹਿੰਦੇ ਨਾ ਨਾ ਇਹ ਨਵੀਂ ਨਵੀਂ ਗਈ ਹੈ ਕੋਈ ਨਹੀਂ ਮਸਲਾ ਇਹਨੂੰ ਠੀਕ ਹੋ ਜਾਏਗੀ ਆਪੇ ਖਾਏ ਪੀਏਗੀ। ਤੇ ਕਹਿੰਦਾ ਤੂੰ ਇੰਜ ਕਰ ਛੱਡ ਪਰਾਂ ਹੁਣ ਵਿਆਹ ਤੂੰ ਕਰ ਦਿਆ। ਉਹਨਾਂ ਨੂੰ ਆਖ ਮਹੀਨਾ ਸਾਰਾ ਕੁੜੀ ਸਾਡੇ ਘਰ ਰਹੇਗੀ ਤੇ ਉਹਨੂੰ ਆਖਿਓ ਦਾੰਦ ਨੂੰ ਕਿ ਇੱਧਰ ਨਾ ਪਰਤੇ। ਕਹਿੰਦੇ ਹਾਲਾ ਮੈਂ ਆਖਾਂਗੀ। ਕਹਿੰਦੇ ਅਸਾਂ ਮਹੀਨਾ ਘਰ ਕੁੜੀ ਰੱਖਣੀ ਹੈ ਤੁਸੀਂ ਇੰਜ ਕਰੋ ਕਿ ਇਹ ਜਿਹੜਾ ਨਾ ਸਬਰ ਕਰੋ ਥੋੜ੍ਹਾ। ਕਹਿੰਦਾ ਵਿਆਹ ਹੋਏ ਅਸੀਂ। ਕਹਿੰਦੇ ਇਸੇ ਘਰ ਲਿਆਂਦਾ ਮਹੀਨਾ ਵੀ ਨਹੀਂ ਹੋਇਆ। ਕਹਿੰਦਾ 15 ਦਿਨ ਬਾਅਦ ਜਵਾਨ ਜਿਹੜਾ ਫੇਰ ਉੱਥੇ ਆ ਗਿਆ। ਆਹ 'ਚ ਰੁਮਾਲ ਫੜਿਆ ਪਸੀਨਾ ਪੂੰਝਦਾ। ਕਹਿੰਦਾ ਅਸੀਂ ਆਖੀ ਹੁਣ ਇਹਦਾ ਕਰੀਏ ਕੀ। ਕਹਿੰਦਾ ਘਰ ਆ ਕੇ ਜੂੰ ਬੈਠਾ। ਅਸੀਂ ਆਖਿਆ ਚਲੋ ਹੁਣ ਸ਼ਾਮੀ ਉੱਠ ਕੇ ਟੁਰ ਜਾਏਗਾ। ਕਹਿੰਦਾ ਜਵਾਨ ਗਏ ਕੋ ਨਾ ਉੱਥੇ ਰਾਤ ਰਹਿ ਪਿਆ।
ਕਹਿੰਦਾ ਆਪਣੀ ਜਨਾਨੀ ਲੈ ਕੇ, ਮਤਲਬ ਕਿ ਕਹਿੰਦਾ ਸਾਡੀ ਭੈਣ ਨੂੰ ਲੈ ਕੇ ਜਿਹੜਾ ਨਾ ਸਾਡੇ ਹੋ ਗਿਆ। ਕਹਿੰਦਾ ਪੂਰੀ ਰਾਤ ਫਿਰ ਉੱਥੇ ਘਰ ਹੀ ਰਹੇ ਸਾਡੇ। ਕਹਿੰਦਾ ਪਤਾ ਨਹੀਂ ਕਿੰਨੀ ਵਾਰੀ ਤੇ ਉੱਠ ਕੇ ਗਿਆ। ਕਹਿੰਦਾ ਅਗੂ ਮਸਲਾ ਇਹ ਹੈ ਕਿ ਦਿਹਾੜੀ ਜਿਹੜਾ ਨਾ, ਦਿਹਾੜੀ ਵੀ ਜਵਾਨ ਲੰਮਾ ਪਿਆ ਰਵੇ, ਤਰੇ ਵਾਰੀ ਦਿਹਾੜੀ ਨਹਾਏ। ਕਹਿੰਦਾ ਅੱਬਾ ਜੀ ਤਾਕੇ, ਅੱਬਾ ਜੀ ਕਹਿੰਦੇ ਨੇ ਇਹ ਕੰਜਰ ਕੀ ਕਰਦਾ ਪਿਆ ਇੱਥੇ, ਇਹਨੂੰ ਸ਼ਰਮ ਨਹੀਂ ਆਉਂਦੀ? ਮੇਰੇ ਘਰ ਧੀਆਂ ਨੇ, ਅੱਗੂ ਮੇਰੇ ਪੁੱਤਰ ਨੇ, ਤੇ ਕੀ ਕਰਦਾ ਪਿਆ? ਅੱਗੂ ਮੇਰੀ ਧੀ ਹੈ, ਤੇ ਜਿਹੜਾ ਇੱਥੇ ਆ ਕੇ ਵੀ ਨੇ ਇਹ ਹਿਸਾਬ ਕੀਤੇ ਆ। ਤੈਨੂੰ ਬੁੜੀਏ ਆਖਿਆ ਸੀ ਨਾ ਕਿ ਕੁੜੀ ਦੀ ਸਿਹਤ ਕਿਉਂ ਨਹੀਂ ਬਣਦੀ ਪਈ? ਇਸੇ ਵਜ੍ਹਾ ਤੋਂ ਨਹੀਂ ਬਣਦੀ ਪਈ, ਇਹ ਦਾੰਦ ਜਿਹਾ ਇਹਨ ਕੁੜੀ ਦੀ ਸਿਹਤ ਬਣਨ ਹੀ ਨਹੀਂ ਦਿੰਦਾ ਪਿਆ। ਤੇ ਤੂੰ ਇੰਜ ਕਰ, ਆਈਏ ਵੀ ਤੇਰੇ ਕੋਲ ਚਾਂਸ ਆਈ ਤੇ ਕੁੜੀ ਦਾ ਰਿਸ਼ਤਾ ਤੂੰ ਖਤਮ ਕਰ। ਉਹਨੇ ਆਖਿਆ ਕੁੜੀ ਦਾ ਰਿਸ਼ਤਾ ਕਿੰਜ ਖਤਮ ਹੋ ਸਕਦਾ? ਹੁਣ ਵਿਆਹੀ ਜੇ ਤੇ ਹੁਣ ਸਬਰ ਕਰੋ। ਕਹਿੰਦੇ ਫਿਰ ਇੰਜ ਕਰ, ਆਪਣੀ ਕੁੜੀ ਨੂੰ ਸਮਝਾ ਕਿ ਇਸ ਦਾਨ ਦੀਆਂ ਗੱਲਾਂ 'ਚ ਨਾ ਆਵਿਆ ਕਰ, ਤੂੰ ਆਪਣੀ ਸਿਹਤ ਦਾ ਖਿਆਲ ਰੱਖ। ਕਹਿੰਦੇ ਹਾਲਾ ਮੈਂ ਸਮਝਾਵਾਂਗੀ। ਕਹਿੰਦਾ ਜਿਸ ਵੇਲੇ ਉਹਨੂੰ ਸਮਝਾਇਆ ਕੁੜੀ ਨੂੰ, ਕੁੜੀ ਅਗੂ ਜਿਹੜੀ ਹੋਰ ਗਰਮ ਹੋ ਗਈ। ਨਾ ਮੈਨੂੰ ਬੜਾ ਪਿਆਰ ਕਰਦੇ ਨੇ, ਬੜਾ ਮੇਰਾ ਖਿਆਲ ਰੱਖਦੇ ਨੇ। ਕਹਿੰਦਾ ਖਿਆਲ ਇਹਨੇ ਕੀ ਰੱਖਣਾ ਹੈ? ਇਹ ਕੰਜਰ ਜਿਹਾ ਕੰਮ ਤੇ ਕਰਦਾ ਕੋ ਨਹੀਂ, ਸਾਰਾ ਦਿਨ ਤਾਂ ਤੈਨੂੰ ਚੁਮੁੱਟਿਆ ਰਹਿੰਦਾ। ਇਹ ਚੰਗਾ ਤੇਰਾ ਵਿਆਹ ਕੀਤਾ? ਨਾ ਤੁਸੀਂ ਮੇਰੀ ਫਿਕਰ ਨਾ ਕਰੋ, ਮੈਂ ਜਿਸ ਤਰ੍ਹਾਂ ਦੀ ਵੀ ਆਵਾਂ ਮੈਂ ਠੀਕ ਹਾਂ, ਮੈਂ ਖੁਸ਼ ਹਾਂ। ਉਹਨਾਂ ਕਿਹਾ ਠੀਕ ਹੈ, ਖਾ ਖਸਮਾਂ ਨੂੰ, ਜੇ ਤੂੰ ਖੁਸ਼ ਹੈ ਅਸੀਂ ਅੱਜ ਤੋਂ ਬਾਅਦ ਕੁਝ ਵੀ ਨਹੀਂ ਆਖਣਾ। ਕਹਿੰਦੇ ਅੱਬਾ ਜੀ ਕਹਿੰਦੇ ਦਫਾ ਕਰੋ, ਜੋ ਕਰਦੇ ਅੱਜ ਤੋਂ ਬਾਅਦ ਸਾਡੇ ਘਰ ਆ ਕੇ ਨਾ ਇਹ ਰਵੇ। ਅੰਮਾ ਜੀ ਨੂੰ ਆਖਿਆ, ਅੰਮਾ ਜੀ ਕਹਿੰਦੇ ਰਹਿਣ ਦਿਓ ਤੁਸੀਂ, ਕੁਝ ਨਹੀਂ ਹੁੰਦਾ, ਕੁੜੀ ਨੂੰ ਆਖਾਂਗੇ ਸਾਹ ਦਿਹਾੜੀ ਆਵਿਆ ਕਰ ਤੇ ਚੁੱਪ ਕਰਕੇ ਟੁਰ ਜਿਆ ਕਰ। ਉਹਨਾਂ ਕਿਹਾ ਠੀਕ ਹੈ। ਉਹਨਾਂ ਕੁੜੀ ਨੂੰ ਆਖਿਆ ਕਿ ਪੁੱਤਰ ਤੂੰ ਇੰਝ ਕਰ, ਜੇ ਮਿਲਣ ਆਉਣਾ ਹੋਵੇ ਨਾ ਤੂੰ ਸਾਹ ਦਿਹਾੜੀ ਆਵਿਆ ਕਰ ਤੇ ਹੋ ਕੇ ਟੁਰ ਜਿਆ ਕਰ। ਕਹਿੰਦਾ ਟੁਰ ਗਈ ਚੁੱਪ ਕਰਕੇ ਭੈਣ ਸਾਡੀ। ਕਹਿੰਦਾ ਉੱਥੇ ਜਾ ਕੇ ਫਿਰ ਉਹੀ ਹਾਲ, ਤੀਸਰੇ ਚੌਥੇ ਦਿਹਾੜੇ ਕੁੜੀ ਸਾਡੀ ਬਿਮਾਰ ਹੋ ਗਈ। ਬਿਮਾਰ ਹੋਈ, ਹਸਪਤਾਲ ਖੜੀ ਉਹਨੇ। ਕਹਿੰਦਾ ਅੱਬਾ ਜੀ ਹੋਰ ਗੁੱਸੇ 'ਚ। ਕਹਿੰਦਾ ਹਸਪਤਾਲ ਉੱਥੇ ਗਈ, ਕੁੜੀ ਨੂੰ ਜਾ ਕੇ ਡਰਿੱਪਾਂ ਲੱਗੀਆਂ ਤੇ ਉਹ ਉੱਥੇ ਖਲੋਤਿਆ। ਕਹਿੰਦਾ ਜੀ ਫੂਕਾ ਪਿਆ ਮਾਰੇ ਤੇ ਆਪਣਾ ਪਸੀਨਾ ਪਿਆ ਪੁੰਝੇ। ਕਹਿੰਦੇ ਅੱਬਾ ਜੀ ਕਹਿੰਦੇ ਤੈਨੂੰ ਸ਼ਰਮ ਤੇ ਕੋਈ ਨਹੀਂ ਆਉਂਦੀ ਹੋਣੀ ਪਈ, ਬਗੈਰਤ ਇਨਸਾਨ। ਉਹਨੇ ਆਖਿਆ ਚਾਚਾ ਜੀ ਮੈਨੂੰ ਕਾਹਦੀ ਸ਼ਰਮ ਆਵੇ, ਮੈਂ ਕੀ ਕੀਤਾ? ਉਹਨੇ ਆਖਿਆ ਤੈਨੂੰ ਦੱਸਾਂ ਤੂੰ ਕੀ ਕੀਤਾ? ਖੋਤੇ ਦਿਆ ਬੱਚਿਆ, ਤੈਨੂੰ ਪਤਾ ਨਹੀਂ ਹੈ, ਤੂੰ ਸਾਡੇ ਘਰ ਆ ਕੇ ਵੀ ਤੈਨੂੰ ਸ਼ਰਮ ਨਹੀਂ ਆਈ? ਕਹਿੰਦਾ ਹਸਪਤਾਲ ਵਾਲੇ ਸਾਰੇ ਪਏ ਸੁਣਨ ਕਿ ਚਾਚਾ ਜੀ ਕੀ ਕਰਦੇ ਨੇ ਪਏ, ਸਾਰਿਆਂ ਸਾਹਮਣੇ ਆਈ ਦੀਆਂ ਗੱਲਾਂ ਕਰ ਰਹੇ। ਉਹਨੇ ਆਖਿਆ ਗੱਲ ਸੁਣ ਚੁੱਪ ਕਰਕੇ ਮੇਰੀ, ਨਹੀਂ ਤਾਂ ਮੈਂ ਆਪਣੀ ਕੁੜੀ ਮਾਰ ਦਿਆਂਗਾ ਜਾਂ ਤੇਰੇ ਕੋਲ ਤਲਾਕ ਲੈ ਲਾਂਗਾ। ਇਸ ਵਾਸਤੇ ਮੇਰੀ ਕੁੜੀ ਦਾ ਖਿਆਲ ਰੱਖ, ਨਾ ਰੱਖਿਓ ਤੇ ਫਿਰ ਪੁੱਤਰ ਰਿਸ਼ਤਾ ਖਤਮ ਸਮਝ। ਕਹਿੰਦਾ ਸਾਰੇ ਬੰਦੇ ਸੁਣਨ ਪਏ, ਮੈਨੂੰ ਬੜੀ ਸ਼ਰਮ ਆਵੇ ਕਿ ਅੱਬਾ ਜੀ ਕੀ ਪੇ ਕਰਦੇ ਨੇ। ਕਹਿੰਦਾ ਬਹਰਾਲ ਨਾ ਉਹਨੂੰ ਡਰਿੱਪਾਂ ਸ਼ਿੱਪਾਂ ਲਾਈਆਂ ਤੇ ਘਰ ਲੈ ਆਂਦੀਆਂ। ਘਰ ਆ ਕੇ ਕਹਿੰਦਾ ਅੱਬਾ ਜੀ ਆਪੂ ਟੁਰ ਗਏ ਉਹਨਾਂ ਦੇ ਘਰ ਜਾ ਕੇ। ਹਾਲਾਂ ਨੂੰ ਕਹਿੰਦੇ ਨੇ ਗੱਲ ਸੁਣ, ਤੂੰ ਆਪਣੇ ਬੰਦਿਆਂ ਜਿਹੜਾ ਨਾ ਆਪਣੇ ਮੁੰਡੇ ਨੂੰ ਸਮਝਾ, ਮੇਰੀ ਕੁੜੀ ਦੀ ਕਰੋ ਕੇਅਰ। ਜੇ ਤੁਹਾਨੂੰ ਪੂਰੇ ਖਾਨਦਾਨ 'ਚ ਕੋਈ ਰਿਸ਼ਤਾ ਨਹੀਂ ਸੀ ਦਿੰਦਾ, ਰਿਸ਼ਤਾ ਦਿੱਤਾ ਮੇਰੀ ਜਨਾਨੀ ਨੇ, ਮੇਰੀ ਬੀਵੀ ਨੇ ਮੇਰੇ ਪੁੱਛੇ ਬਗੈਰ ਤੁਹਾਨੂੰ ਰਿਸ਼ਤਾ ਦੇ ਦਿੱਤਾ। ਜਿਸ ਚੀਜ਼ ਦਾ ਮੈਨੂੰ ਬੜਾ ਗੁੱਸਾ ਹੈ, ਮੈਂ ਹੁਣ ਵੀ ਇਹਨੂੰ ਆਖਣਾ ਪਿਆ ਕਿ ਤਲਾਕ ਲੈ ਲੈ, ਇਹ ਨਕੰਮਾ ਬੇਕਾਰ ਹੈ ਤੇ ਇਹਦੇ ਨਾਲ ਫਾਇਦਾ ਕੋਈ ਨਹੀਂ, ਲੇਕਿਨ ਇਹ ਮੰਨਦੀ ਨਹੀਂ ਹੈ। ਕਹਿੰਦੀ ਹੁਣ ਮੈਂ ਰਿਸ਼ਤਾ ਦੇ ਦਿੱਤੀ ਹੈ, ਮੈਂ ਕੁੜੀ ਵਸਾਣੀ ਹੈ ਉੱਤੇ, ਤੇ ਤੂੰ ਇਹਨੂੰ ਆਖ ਬੰਦਾ ਬਣ ਤੇ ਜਾ ਕੇ ਕੰਮ ਕਾਜ ਕਰ ਤੇ ਆਪਣੀ ਜਨਾਨੀ ਦਾ ਖਿਆਲ ਰੱਖ। ਕਹਿੰਦੇ ਅੱਛਾ ਲਾਲਾ ਮੈਂ ਆਖਾਂਗੀ, ਤੁਸੀਂ ਨਾ ਗੁੱਸਾ ਕਰੋ। ਕਹਿੰਦਾ ਅੱਬਾ ਜੀ ਚੁੱਪ ਕਰਕੇ ਆ ਗਏ। ਕਹਿੰਦਾ ਉਹ ਮਜਾਲ ਸੀ ਉਹ ਕੋਈ ਗੱਲ ਸੁਣੇ। ਕਹਿੰਦਾ ਜਨਾਬ ਜਿਸ ਵੇਲੇ ਫਿਰ ਉਹਦੇ ਘਰ ਬੱਚਾ ਹੋਇਆ ਜਵਾਨ ਨੇ ਫਿਰ ਵੀ ਕੋਈ ਕੰਮ ਨਾ ਕੀਤਾ। ਕਹਿੰਦਾ ਬਹਰਾਲ ਭੈਣ ਜਿਹੜੀ ਆ ਉਹ ਉਸੇ ਤਰ੍ਹਾਂ ਚੂਹੀ ਦੀ ਚੂਹੀ, ਇੰਝ ਲੱਗਦਾ ਕਿ ਸਾਬਣ ਹਾਰ ਜਿਹੜਾ ਨਾ ਖੁਰੀ ਜਾ ਰਹੀ ਹੈ। ਕਹਿੰਦਾ ਬਹਰਾਲ ਅੱਬਾ ਜੀ ਕਹਿੰਦੇ ਬੁੜੀਏ ਤੂੰ ਬੜਾ ਗਲਤ ਕੀਤਾ ਹੈ ਜਿਹੜਾ ਕੁੜੀ ਉੱਥੇ ਦਿੱਤੀ ਆ। ਕਹਿੰਦਾ ਜਵਾਨ ਜਿਹੜਾ ਮਜਾਲ ਉਹਨੇ ਕੰਮ ਕੋਈ ਨਹੀਂ ਕੀਤਾ, ਦੂਸਰੇ ਉਹਦੇ ਭਰਾ ਕੰਮ ਕਰਦੇ ਸੀ, ਉਹ ਜਿਹੜਾ ਉੱਥੇ ਘਰ ਵੀ ਉਹਨਾਂ ਦੀ ਚੰਗੀ ਭਲੀ ਆਪੇ 'ਚ ਲੜਾਈ ਹੋ ਪਈ। ਕਹਿੰਦਾ ਇਹ ਘਰ ਰਹਿ ਸਕਦਾ, ਸਾਰੀ ਦਿਹਾੜੀ ਜਿਹੜਾ ਇੱਥੇ ਘਰ ਰਹਿੰਦਾ ਤੇ ਅਸੀਂ ਜਾ ਕੇ ਜ਼ਮੀਨਾਂ 'ਚ ਕੰਮ ਕਰੀਏ, ਸਾਨੂੰ ਕਿਹੜਾ ਕਾਲੇ ਕੁੱਤੇ ਨੇ ਕੱਟੇ ਆ, ਸਾਡੀਆਂ ਜਨਾਨੀਆਂ ਨਹੀਂ ਹੈ। ਜਾਂ ਤਾਂ ਇਹਨੂੰ ਲਾਦਾ ਕਰੋ ਤੇ ਜਾਂ ਫਿਰ ਇਹਨੂੰ ਆਖੋ ਸਾਡੇ ਨਾਲ ਜ਼ਮੀਨਾਂ ਜਾ ਕੇ ਕੰਮ ਕਰੇ। ਭਾਈ ਹੋਰੀ ਤੁਹਾਨੂੰ ਪਤਾ ਹੈ ਸੋਹਣਾ ਕੱਪੜਿਆਂ ਦਾ ਜੋੜਾ ਪਾਉਂਦੇ ਸੀ, ਕੱਛਾਂ ਥੱਲੋਂ ਪਸੀਨਾ ਕਣ ਤੋਂ ਪਸੀਨਾ ਵਗੀ ਜਾਂਦਾ ਸੀ ਤੇ ਉਹ ਰੁਮਾਲ ਹੱਥ 'ਚ ਹੁੰਦਾ ਆ ਜਨਾਬਰਾਂ ਦੇ, ਤੇ ਇਸ ਤਰ੍ਹਾਂ ਉਹ ਇੰਜੋਏ ਕਰਦੇ ਜ਼ਿੰਦਗੀ। ਉਹਨਾਂ ਜਿਸੇ ਆਖਿਆ ਉਹਨਾਂ ਆਖਿਆ ਗੱਲ ਸੁਣੋ, ਜੇ ਜਾਂ ਤਾਂ ਇਹਨੂੰ ਲਾਦਾ ਕਰੋ ਜਾਂ ਇਹਨੂੰ ਜ਼ਮੀਨਾਂ ਟੋਰਿਆ ਕਰੋ। ਉਹਨੇ ਭਾਇਰਾ ਗੁੱਸਾ ਕੀਤਾ, ਨਹੀਂ ਤੁਸੀਂ ਮੈਨੂੰ ਲਾਦਾ ਕਰ ਦਿਓ, ਮੈਂ ਨਹੀਂ ਜਨਾਨੀ ਬਗੈਰ ਰਹਿ ਸਕਦਾ, ਤੁਸੀਂ ਲਾਦਾ ਕਰਨਾ ਤੇ ਕਰ ਦਿਓ। ਉਹਨਾਂ ਜਨਾਬ ਫੈਸਲਾ ਕੀਤਾ, ਉਹਨਾਂ ਆਖਿਆ ਜੀ ਠੀਕ ਹੈ ਇਹਦਾ ਹਿੱਸਾ ਇਹਨੂੰ ਦਿਓ ਤੇ ਇਹਨੂੰ ਲਾਦਾ ਕਰੋ, ਜਾਨ ਛਡਾਓ ਇਹਦੇ, ਤੂੰ ਬੇਕਾਰ ਆਦਮੀ ਤੂੰ। ਉਹਨਾਂ ਜਨਾਬ ਹਿੱਸਾ ਦਿੱਤਾ, ਉਹਨੂੰ ਹਿੱਸਾ ਦੇ ਕੇ ਤੇ ਉਹਨਾਂ ਲਾਦਾ ਕਰ ਦਿੱਤਾ। ਭਾਈ ਹੋਰੀ ਹੋਰ ਜੋਸ਼ ਵਿੱਚ ਹੋ ਗਏ ਕਿ ਮੈਨੂੰ ਚੰਗੀ ਭਲਾ ਹਿੱਸਾ ਲੱਭ ਗਿਆ, ਪੈਸੇ ਲੱਭ ਗਏ ਨੇ, ਕੋਈ ਮਾਲ ਡੰਗਰ ਵੀ ਥੋੜਾ ਲੱਭ ਗਿਆ। ਉਹ ਜਨਾਨੀ ਵਿਚਾਰੀ ਜਿੰਨੀ ਕੁ ਉਹਦੇ 'ਚ ਹਿੰਮਤ ਆਈ ਉਹ ਮਾਲ ਡੰਗਰ ਦਾ ਧਿਆਨ ਰੱਖਦੀ ਰਹੀ, ਲੇਕਿਨ ਭਾਈ ਹੋਰੀ ਮਜਾਲ ਹੈ ਕੋਈ ਅਗਾਂ ਪਿਛਾਂ ਕੋਈ ਚੀਜ਼ ਕਰ ਜਾਣ, ਉਸੇ ਤਰ੍ਹਾਂ ਹੱਥ 'ਚ ਰੁਮਾਲ ਫੜਿਆ ਹੋਣਾ, ਪਸੀਨਾ ਪੂੰਝਦਾ ਜਾਣਾ, ਕਰਦਿਆਂ ਕਰਾਇਆ ਸਾਰਾ ਕੁਝ ਖਾ ਪੀ ਦਿੱਤਾ, ਲੇਕਿਨ ਘਰੋਂ ਨਹੀਂ ਹਿੱਲੇ।
ਹੋਰ ਛੱਡ ਕੇ ਕਹਿੰਦਾ ਸਾਡੇ ਘਰ ਦੇ ਜਾ ਕੇ ਮਾਲ ਡੰਗਰ ਦਾ ਧਿਆਨ ਰੱਖਦੇ ਸੀ, ਆਖਦੇ ਸੀ ਕਿ ਇਹਨੂੰ ਆਹ ਕੰਮ ਕਰੇ। ਕਹਿੰਦੇ ਅਸੀਂ ਕਿਸ ਤਰ੍ਹਾਂ ਆਖੀਏ, ਗੱਲ ਹੀ ਨਹੀਂ ਸੁਣਦਾ ਤੇ ਅਸੀਂ ਕੀ ਕਰ ਸਕਦੇ ਹਾਂ। ਕਹਿੰਦਾ ਉਹਨੇ ਸਾਰਾ ਕੁਝ ਵੇਚ ਵਾਚ ਕੇ ਤੇ ਕੋਈ ਸ਼ੈ ਨਾ ਕੋਰ ਰਹੀ, ਉਹ ਕੋਠੜੀ ਜੀ ਕੋਰ ਰਹਿ ਗਈ, 3 ਬੱਚੇ ਹੋ ਗਏ ਨੇ। ਕਹਿੰਦਾ ਲੇਕਿਨ ਭੈਣ ਉਸੇ ਤਰ੍ਹਾਂ ਹੀ ਹੈ ਚੂਹੀ ਜੀ, ਲੇਕਿਨ ਇਹ ਗੁਰਬਤ ਦੇ ਰੱਜ ਰੱਜ ਭਰੇ ਪਏ ਨੇ। ਕਹਿੰਦਾ ਇਸ ਤਰ੍ਹਾਂ ਦਾ ਬੇਕਾਰ ਬੰਦਾ, ਇਸ ਤਰ੍ਹਾਂ ਦਾ ਕੋਸ਼ਿਸ਼ ਕਰੋ ਕਿ ਇਸ ਤਰ੍ਹਾਂ ਦਾ ਮਾਲੀ ਮਸਟੰਡਾ ਜਿਹੜਾ ਵਿਹਲਾ ਹੈ ਉਹਨੂੰ ਕੁੜੀ ਦੇਣ ਤੋਂ ਪਹਿਲਾਂ ਉਹਨੂੰ ਆਹ ਜਾ ਕੇ ਕੰਮ ਕਰ ਜਾਂ ਆਪਣਾ ਵਜ਼ਨ ਘਟਾ। ਖਾਣ ਪੀਣ ਦਾ ਜ਼ਿਆਦਾ ਠਰਕੀ ਹੋਵੇ ਤੇ ਉਹ ਵੀ ਬੜਾ ਨੁਕਸਾਨ ਹੁੰਦਾ ਹੈ। ਇਸ ਵਾਸਤੇ एहतियात करनी चाहिए है। अगर मेरी वीडियो अच्छी लगी हो तो प्लीज़ यार लाइक तो तुहाडा बनता है, कमेंट्स भी तुहाडा बनता है, लेकिन सबसक्राइब करना कदे भी ना भुलिया करो। दुआवां च याद रखा करो तो अपनी सेहत का लाजमी ख्याल रखा करो। सेहत है तो सब कुछ है। अगर कोई गलती हो जाए, मैं हमेशा कहना कोई छोटी मोटी गलती हो इग्नोर करया करो। प्रोफैशनली मैं कोशिश करना कि तुहानू पूरा एंटरटेनमेंट दियां। बाकी अपनी सेहत का लाजमी ख्याल रखियो। अल्लाह हाफिज़।